ਸਤਿ ਸ਼੍ਰੀ ਅਕਾਲ ਫਰੈਂਡਸ। ਅੱਜ ਆਸਟ੍ਰੇਲੀਆ ਜਿਹੜਾ ਸਟੂਡੈਂਟ ਇੰਟਰਵਿਊ ਤੋਂ ਘਬਰਾਉਂਦਾ ਹੈ ਉਹਦੇ ਬਾਰੇ ਥੋੜੀ ਜਿਹੀ ਟਿਪਸ ਆਪਾਂ ਦੇਵਾਂਗੇ। ਕੁਐਸਚਨਰ ਦੇ ਵਿੱਚ ਕੀ ਪੁੱਛਿਆ ਜਾਂਦਾ ਹੈ, ਕੋਈ ਰਾਕਟ ਸਾਇੰਸ ਨਹੀਂ ਹੁੰਦੀ ਹੈ, ਕੋਈ ਬਹੁਤ ਵੱਡਾ ਨਿਊਕਲੀਅਰ ਸਾਇੰਸ ਨਹੀਂ ਪੁੱਛੀ ਜਾਂਦੀ। ਤੁਹਾਡੇ ਬਾਰੇ ਹੀ ਉਹ ਜਾਣਨ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਵਿੱਚ ਨਾਮ ਪੁੱਛਿਆ ਜਾਂਦਾ ਹੈ, ਡੇਟ ਆਫ ਬਰਥ ਪੁੱਛੀ ਜਾਂਦੀ ਹੈ, ਪਾਸਪੋਰਟ ਨੰਬਰ ਪੁੱਛਿਆ ਜਾਂਦਾ ਹੈ, ਆਰ ਯੂ ਸਿੰਗਲ ਔਰ ਮੈਰਿਡ, ਇਹ ਕੁਐਸਚਨਰ ਪੁੱਛੇ ਜਾਂਦੇ ਆ। ਪਾਸਪੋर्ट इशू कदों होया, पासपोर्ट की एक्सपायरी डेट की है, ईमेल एड्रैस की है, कॉन्टैक्ट नंबर की है, आयल्स कदों की थी, आयल्स की है, पीटी की है, कदों की है, फुल नेम ऑफ अप्लाइड यूनिवर्सिटी और हिस्टरी ऑफ यूनिवर्सिटी तुहानूं की पता है, इस यूनिवर्सिटी के बारे की जानते हो, और कैपिटल ऑफ आस्ट्रेलिया। सिंपल जिहा क्वेश्चन है, ठीक है जी। एजुकेशन डिटेल पुछदे आ, तुसीं की पढ़े हो, स्कूलिंग कित्थों कीती है, डिग्री कित्थों कीती है, वर्क एक्सपीरियंस के बारे पूछा जाता है, एंड वेरी वर्क मतलब तुसीं कित्थे वर्क कीता है, किहड़ी फील्ड दे वर्क कीता है, डेजिग्नेशन की सीगा, जॉब रिस्पॉन्सिबिलिटी की सीगी, ड्यूरेशनस की सीगी, और वो तुसीं जॉब छड्डी काते, मतलब एक्सैक्ट्रा काफ़ी चीज़ां हैगियां जिहदे विच जॉब प्रोफाइल के बारे पूछा जाता है, KRA की हैगा। इसी तरह यूनिवर्सिटी की वैबसाइट की हैगी है जिੱਥੋਂ तुसीं लभ्या, कलर ऑफ यूनिवर्सिटी तक भी पूछा जाता कि यूनिवर्सिटी का रंग किदां दा है, ये भी जानने की कोशिश की जाती है, क्योंकि तुहानूं उस दे बारे पता हैगा कि नहीं हैगा, वो क्वेरी करते हैं। इस तरह वो पूछते हैं कि इन विच सिटी यू आर डूइंग, दैन टेल मी समथिंग अबाउट द सिटी। जिहड़ी सिटी तुसीं अप्लाई कीता है उस सिटी के बारे तू की जानते हैं, तुसीं की जानते हो, ਉਹਦੇ ਬਾਰੇ ਉਹ ਪੁੱਛਿਆ ਜਾਂਦਾ ਹੈ। ਇਸ ਤਰੀਕੇ ਨਾਲ ਪੋਪੂਲੇਸ਼ਨ ਦੇ ਬਾਰੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਜਿਹੜੀ ਲੋਕੇਸ਼ਨ 'ਚ ਜਾ ਰਹੇ ਹੋ ਉਹ ਪੋਪੂਲੇਸ਼ਨ ਕਿੰਨੀ ਹੈ। ਕ੍ਰਾਈਕੋਸ ਕੋਡ ਕੀ ਹੈ। ਹੁਣ ਕ੍ਰਾਈਕੋਸ ਕੋਡ ਦਾ ਮਤਲਬ ਇਹ ਹੈ ਕਿ ਜਿਹੜਾ ਕੋਰਸ ਗਵਰਨਮੈਂਟ ਦੀ ਰਜਿਸਟ੍ਰੇਸ਼ਨ ਦੇ ਵਿੱਚ ਉਹਦਾ ਨੰਬਰ ਕੀ ਹੈ, ਇੱਕ ਨੰਬਰ ਦਿੱਤਾ ਜਾਂਦਾ, ਇਹਨੂੰ ਕ੍ਰਾਈਕੋਸ ਬੋਲਦੇ ਆ। ਉਹ ਨੰਬਰ ਕੀ ਹੈ ਉਸ ਕੋਰਸ ਦਾ, ਕ੍ਰਾਈਕੋਸ ਕੋਰਸ ਕੋਡ ਤੁਹਾਨੂੰ ਪਤਾ ਹੈ ਕਿ ਨਹੀਂ ਪਤਾ ਹੈ ਉਸ ਕੋਰਸ ਦਾ। ਕ੍ਰੈਡਿਟ ਪੁਆਇੰਟਸ ਕਿੰਨੇ ਆ, मतलब जिन्ने भी सिलेबस ਆਪਾਂ ਜਿਹਨੂੰ ਕਹਿੰਦੇ ਕ੍ਰੈਡਿਟ ਪੁਆਇੰਟਸ ਕਿੰਨੇ ਆ, ਜਿੱਦਾਂ ਮਾਸਟਰਸ ਦੇ ਵਿੱਚ 16 ਕ੍ਰੈਡਿਟ ਪੁਆਇੰਟਸ ਹੁੰਦੇ ਆ। ਇਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਆ। ਇਸੇ ਤਰੀਕੇ ਨਾਲ ਕੋਰਸ ਦਾ ਇਨਟੇਕ ਕਦੋਂ ਦਾ ਹੈਗਾ ਤੁਹਾਡਾ, ਵਰਕ ਪਰਮਿਟ ਆਫਟਰ ਕੰਪਲੀਸ਼ਨ ਆਫ 2 ਇਅਰਸ ਕਿੰਨਾ ਮਿਲੇਗਾ, ਠੀਕ ਹੈ। ਉਸ ਤੋਂ ਬਾਅਦ ਲਿਵਿੰਗ ਐਕਸਪੈਂਸਿਸ ਕੀ ਆ। ਹੁਣ ਲਿਵਿੰਗ ਐਕਸਪੈਂਸਿਸ ਦੀ ਗੱਲ ਕਰਦੇ ਆ, ਸਾਡੀ 21,041 ਆਸਟ੍ਰੇਲੀਆ ਪਰ ਈਅਰ ਜਿਹੜਾ ਲਿਵਿੰਗ ਐਕਸਪੈਂਸਿਸ ਕਾਊਂਟ ਕਰਦਾ ਹੈ। ਉਦੋਂ ਪਲੱਸ ਟਿਊਸ਼ਨ ਫੀਸ ਕਰ ਲਓ। ਉਸ ਤੋਂ ਬਾਅਦ ट्रैवलिंग एक्सपेंसिस लगभग $2,000 ਜਿਹੜੇ ਆਸਟ੍ਰੇਲੀਅਨ ਡਾਲਰ ਹੈ, ਤਾਂ ਉਹ ਇਹ ਕੈਲਕੂਲੇਟ ਕਰਕੇ ਤੁਹਾਡਾ ਬਣ ਜਾਂਦਾ ਫੰਡਸ। ਉਨੇ ਫੰਡਸ ਤੁਹਾਨੂੰ ਚਾਹੀਦੇ ਆ। ਲਾਈਕ ਤੁਸੀਂ ਅਗਰ ਡਿਪਲੋਮਾ ਦਾ ਕੋਰਸ ਕਰਦੇ ਹੋ, ਸਾਲ ਦੀ ਫੀਸ ਪਲੱਸ ਤੁਹਾਡੇ $21,000 ਨੂੰ ਕੈਲਕੂਲੇਟ ਕਰਕੇ ਔਰ $2,000 ਨੂੰ ਕੈਲਕੂਲੇਟ ਕਰਕੇ ਜੋ ਬਣਦਾ ਉਹਨੂੰ ਆਪਾਂ ਕਹਿੰਦੇ ਫੰਡਸ। ਇੰਨੇ ਫੰਡ ਚਾਹੀਦੇ ਆ। ਉਸ ਤੋਂ ਬਾਅਦ ਤੁਸੀਂ PSW ਦੇ ਬਾਰੇ ਕੀ ਜਾਣਦੇ ਹੋ, ਪੋਸਟ ਸਟੱਡੀ ਵਰਕ ਵੀਜ਼ਾ ਦੇ ਬਾਰੇ ਕੀ ਜਾਣਦੇ ਹੋ। ਆਸਟ੍ਰੇਲੀਆ ਗਵਰਨਮੈਂਟ ਤੁਸੀਂ ਜਿਹੜੀ ਪ੍ਰੈਮਿਸਿਸ 'ਚ ਜਾਣਾ ਚਾਹੁੰਦੇ ਹੋ ਉਹਦੇ ਵਿੱਚ 2 ਸਾਲ ਦਾ ਵਰਕ ਪਰਮਿਟ ਹੈ, 3 ਸਾਲ ਦਾ ਵਰਕ ਪਰਮਿਟ ਹੈ, 4 ਸਾਲ ਦਾ ਵਰਕ ਪਰਮਿਟ ਹੈ, ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਏ, ਠੀਕ ਹੈ। ਆਵਰਸ ਆਫ ਵਰਕ ਕਿੰਨੇ ਤੁਸੀਂ ਕਰ ਸਕਦੇ ਹੋ, ਕਿੰਨੇ ਘੰਟੇ ਤੁਸੀਂ ਉੱਥੇ ਕੰਮ ਕਰ ਸਕਦੇ ਹੋ ਵੀਜ਼ਾ ਲੱਗਣ ਤੋਂ ਬਾਅਦ, ਤੁਹਾਨੂੰ ਸਟੂਡੈਂਟ ਵੀਜ਼ੇ ਦੇ ਵਿੱਚ ਕਿੰਨਾ ਅਲਾਊਡ ਹੈਗਾ ਉਹਦੇ 'ਤੇ। ਲੇਕਿਨ ਅੱਜ ਬਹੁਤ ਬੜੀ ਫਲੈਕਸੀਬਿਲਿਟੀ ਹੈ ਆਸਟ੍ਰੇਲੀਆ ਦੇ ਵਿੱਚ। ਉਹਨਾਂ ਨੇ ਫੁੱਲ ਟਾਈਮ ਮਤਲਬ ਅਲਾਊਡ ਕੀਤਾ ਹੈ ਬੱਚੇ ਨੂੰ, ਸਭ ਤੋਂ ਵੱਡੀ ਗੱਲ ਹੈ। ਬਹੁਤ ਅੱਛਾ ਮਤਲਬ ਗੋਲਡਨ ਅਪੋਰਚੁਨਿਟੀ ਹੈ ਬੱਚੇ ਵਾਸਤੇ। ਇਹਦੇ ਵਿੱਚ ਪਹਿਲਾਂ ਮਤਲਬ ਆਪਾਂ ਜਦੋਂ ਪਹਿਲਾਂ ਕੈਲਕੂਲੇਟ ਕਰਦੇ ਸੀ 40 ਆਵਰ ਪਰ ਨਾਈਟ, ਮਤਲਬ ਤੁਸੀਂ 40 ਆਵਰਸ ਤੁਸੀਂ ਕੰਮ ਕਰ ਸਕਦੇ ਹੋ ਪੂਰਾ ਮਤਲਬ ਇੱਕ ਹਫ਼ਤੇ ਆ ਮਤਲਬ ਲੈ ਕੇ ਚਲੋ। ਉਸੇ ਤਰੀਕੇ ਨਾਲ ਏਜੰਟ ਦਾ ਨਾਮ ਪੁੱਛਦੇ ਆ, ਤੁਹਾਡਾ ਐਜੂਕੇਸ਼ਨਲ ਏਜੰਟ ਕੌਣ ਹੈ, ਉਹ ਰਜਿਸਟਰਡ ਹੈਗਾ ਕਿ ਨਹੀਂ। ਜਦੋਂ ਤੁਸੀਂ ਆਫਰ ਲੈਟਰ ਅਪਲਾਈ ਕੀਤੀ ਉਹਨੇ ਉਸ ਏਜੰਟ ਦਾ ਨਾਮ ਤੁਹਾਨੂੰ ਦੱਸਣਾ ਪੈਂਦਾ। ਇਸੇ ਤਰੀਕੇ ਨਾਲ ਕਿੰਨੇ ਬ੍ਰਦਰ ਐਂਡ ਸਿਸਟਰ ਤੁਹਾਡੇ, ਕਿੰਨੇ ਰਿਲੇਟਿਵਸ ਕਿੰਨੇ ਹੈ, ਔਰ ਯੂਨੀਵਰਸਿਟੀ ਦੇ ਵਿੱਚ ਕੋਈ ਜਾਣਕਰਤਾ ਨਹੀਂ ਹੈ ਤੁਹਾਡਾ। ਫੈਮਿਲੀ ਮੈਂਬਰਸ ਰਿਲੇਟਿਵਸ ਇਨ ਫੋਰਨ ਦੇ ਵਿੱਚ ਕਿੰਨੇ ਤੁਹਾਡੇ ਰਿਸ਼ਤੇਦਾਰ ਰਹਿੰਦੇ ਆ, ਆਸਟ੍ਰੇਲੀਆ ਦੇ ਵਿੱਚ ਕਿੰਨੇ ਰਿਸ਼ਤੇਦਾਰ ਰਹਿੰਦੇ ਆ, ਹੋਰ ਕਿਸੇ ਕੰਟਰੀ 'ਚ ਕਿੰਨੇ ਰਿਸ਼ਤੇਦਾਰ ਰਹਿੰਦੇ ਆ। ਇਸੇ ਤਰੀਕੇ ਨਾਲ ਕੌਂਟੈਕਟ ਨੰਬਰ ਤੁਸੀਂ ਜਿੱਥੇ ਅਪਲਾਈ ਕੀਤਾ ਔਰ ਉਹਦੇ ਨਾਲ ਤੁਹਾਡੀ ਜਿਹੜੀ ਸਟੇਇੰਗ ਜਿਹੜੇ ਨਾਲ ਤੁਸੀਂ ਸਟੇ ਕਿੱਥੇ ਕਰਨਾ ਉਹਦੀ ਇੱਕ ਡਿਟੇਲ ਦੇਣੀ ਪੈਂਦੀ ਹੈ। ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤੁਸੀਂ ਜਦੋਂ ਅਪਲਾਈ ਕੀਤਾ ਹੈ ਤੁਸੀਂ ਪਹਿਲਾਂ ਰਿਫਿਊਜ਼ਲ ਤਾਂ ਨਹੀਂ ਹੈ, ਇਹ ਵੀ ਕੁਐਸਚਨ ਪੁੱਛਿਆ ਜਾਂਦਾ। ਇਹ ਵੀ ਕੋਲਮ ਹੁੰਦਾ ਹੈ, ਜੇ ਤੁਸੀਂ ਪਹਿਲਾਂ ਰਿਫਿਊਜ਼ਲ ਹੈ ਤਾਂ ਉਹਦਾ ਰੀਜ਼ਨ ਤੁਹਾਨੂੰ ਦੇਣਾ ਪਏਗਾ। ਇਹ ਛੋਟੇ ਛੋਟੇ ਕੁਐਸਚਨਸ ਹੈ। ਇਸੇ ਤਰੀਕੇ ਨਾਲ ਕਿਹੜੀ ਯੂਨੀਵਰਸਿਟੀ 'ਤੇ ਤੁਸੀਂ ਹੋਰ ਕਿਸੇ ਯੂਨੀਵਰਸਿਟੀ 'ਚ ਅਪਲਾਈ ਕੀਤਾ ਸੀ ਕਿ ਨਹੀਂ ਕੀਤਾ ਸੀਗਾ, ਸਿਰਫ ਤੁਸੀਂ ਇਸੇ ਯੂਨੀਵਰਸਿਟੀ 'ਚ ਅਪਲਾਈ ਕੀਤਾ ਹੈ ਜਾਂ ਹੋਰ ਕਿਸੇ ਯੂਨੀਵਰਸਿਟੀ ਦੇ ਬਾਰੇ ਵੀ ਜਾਣਦੇ ਹੋ ਕਿ ਨਹੀਂ ਜਾਣਦੇ ਹੋ। ਇੰਡੀਆ 'ਚ ਕਿਉਂ ਨਹੀਂ ਅਪਲਾਈ ਕੀਤਾ, ਤੁਸੀਂ ਬਾਹਰ ਕਿਉਂ ਅਪਲਾਈ ਕਰਨਾ ਚਾਹੁੰਦੇ ਹੋ। ਇੰਡੀਆ ਦੇ ਵਿੱਚ ਸੇਮ ਕੋਰਸ ਜਿਹੜਾ ਘੱਟ ਕੋਰਸ 'ਚ ਪੜ੍ਹਿਆ ਜਾਂਦਾ ਉਹ ਤੁਸੀਂ ਉੱਥੇ ਮਹਿੰਗੇ ਕੋਰਸ ਕਿਉਂ ਲੈ ਕੇ ਜਾ ਰਹੇ ਹੋ। ਇਹ ਚੀਜ਼ਾਂ ਦੇ ਉੱਤੇ ਕੁਐਸਚਨ ਪੁੱਛਿਆ ਜਾਂਦਾ ਹੈ। ਇਸੇ ਤਰੀਕੇ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਅਦਰ ਯੂਨੀਵਰਸਿਟੀ ਦੇ ਨਾਲ ਕਿ ਤੁਹਾਨੂੰ ਆਹ ਕੋਰਸ ਇੱਥੇ ਮਿਲਦਾ ਪਿਆ ਸੀਗਾ, ਕੈਨੇਡਾ, UK, ਆਸਟ੍ਰੇਲੀਆ ਜਾਂ ਮਤਲਬ ਤੁਸੀਂ USA ਦੇ ਵਿੱਚ ਸੀਗਾ ਇਹ ਕੋਰਸ, ਤਾਂ ਤੁਸੀਂ ਉੱਥੇ ਕਾਤੇ ਨਹੀਂ ਕੀਤਾ, ਤੁਸੀਂ ਆਸਟ੍ਰੇਲੀਆ ਹੀ ਕਿਉਂ ਕੀਤਾ। ਸੋ ਜਿਹੜੀ ਪ੍ਰੀਵੀਅਸ ਰਿਫਿਊਜ਼ਲ ਹੈ, ਰਿਫਿਊਜ਼ਲ ਦੇ ਵਿੱਚ ਕੀ ਰੀਜ਼ਨ ਸੀਗੇ, ਕੀ ਰੀਜ਼ਨ ਆਏ ਸੀਗੇ, ਉਹਦੀ ਡਿਕਲੇਰੇਸ਼ਨ ਦੇਣੀ ਪੈਂਦੀ ਹੈ।
ਕਿਹੜੇ ਸਬ ਕਲਾਸ ਦੇ ਵਿੱਚ ਤੁਸੀਂ ਅਪਲਾਈ ਕਰਦੇ ਪਏ ਹੋ, 500 ਸਬ ਕਲਾਸ ਦੇ ਵਿੱਚ ਅਪਲਾਈ ਕਰਦੇ ਹੋ। ਸਟੂਡੈਂਟ ਵੀਜ਼ਾ ਜਿਹੜਾ ਹੈ ਉਹ 500 ਸਬ ਕਲਾਸ ਦੇ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਉਸ ਸਬ ਕਲਾਸ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਮਤਲਬ ਅਗਰ 485 ਵੀਜ਼ਾ ਹੈਗਾ, ਪੋਸਟ ਸਟੱਡੀ ਵਰਕ ਪਰਮਿਟ ਹੈਗਾ ਕਿ ਨਹੀਂ ਤੁਹਾਡੇ ਕੋਲ, ਉਹ ਦੇਖਣਾ ਪੈਂਦਾ ਹੈ। ਠੀਕ ਹੈ, ਉਹਦਾ ਸਬ ਕਲਾਸ ਕੀ ਹੈ ਕਿ 485 ਦਾ ਮਤਲਬ ਹੈ ਪੋਸਟ ਸਟੱਡੀ ਵਰਕ ਵੀਜ਼ਾ। ਤੁਹਾਨੂੰ ਵੀਜ਼ਾ ਕਨਵਰਟ ਕਰਨਾ ਪੈਂਦਾ ਹੈ, ਸਬ ਕਲਾਸ 500 ਤੋਂ 485 ਦੇ ਵਿੱਚ ਜਾਣਾ ਪੈਂਦਾ ਹੈ। ਸੋ ਕਨਵਰਟ ਹੁੰਦਾ ਹੈ ਤਾਂ ਉਹ ਚੀਜ਼ਾਂ ਦੇ ਬਾਰੇ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਇਹ ਇਮੀਗ੍ਰੇਸ਼ਨ ਪੁੱਛ ਸਕਦੀ ਹੈ ਇੰਟਰਵਿਊ ਦੇ ਵਿੱਚ। ਐਕੋਮੋਡੇਟ ਯੋਰਸੈਲਫ, ਤੁਸੀਂ ਕਿੱਥੇ ਰਹੋਗੇ, ਫਰੈਂਡਸ ਕੋ ਰਹੋਗੇ, ਆਪਣਾ ਹੋਮ ਸਟੇ ਕਰੋਗੇ ਜਾਂ ਤੁਸੀਂ ਹੋਸਟਲ 'ਚ ਰਹੋਗੇ, ਕਿੱਥੇ ਰਹਿਣਾ ਹੈ, ਠੀਕ ਹੈ, ਜਾਂ ਅੰਡਰ ਗਾਈਡਨ ਜਾਂ ਹੋਸਟਲ 'ਚ ਰਹੋਗੇ। ਇਹ ਸਾਰੀਆਂ ਚੀਜ਼ਾਂ ਤੁਹਾਨੂੰ ਅਲੋਂਗ ਵਿਥ ਕੌਣ ਰਹੇਗਾ ਜਾਂ ਤੁਸੀਂ ਸ਼ੇਅਰਿੰਗ ਦੇ ਵਿੱਚ ਰਹੋਗੇ, ਇਹ ਚੀਜ਼ਾਂ ਸਾਰੀਆਂ ਤੁਹਾਨੂੰ ਦੱਸਣੀਆਂ ਪੈਂਦੀਆਂ। ਇਸੇ ਤਰੀਕੇ ਨਾਲ ਪਰਪਸ ਆਫ ਟ੍ਰਿਪ ਜਿਹੜਾ ਹੈਗਾ, ਤੁਸੀਂ ਜਿਹੜਾ ਪੜ੍ਹਨ ਚੱਲੇ ਹੋ ਉਹ ਮਤਲਬ ਕਿੰਨੇ ਸਾਲ ਦਾ ਕੋਰਸ ਹੈ, ਕਿੱਦਾਂ ਜਾਓਗੇ, ਮਤਲਬ ਕਿਸ ਤਰੀਕੇ ਨਾਲ ਕਿੱਥੇ ਰਹੋਗੇ, ਉਹ ਚੀਜ਼ਾਂ ਤੁਹਾਨੂੰ ਕਲੀਅਰ ਕਰਨੀਆਂ ਪੈਂਦੀਆਂ। ਇਸੇ ਤਰੀਕੇ ਨਾਲ ਵਾਟ ਇਜ਼ ਯੋਰ ਵਿਸ਼ ਟੂ ਆਸਟ੍ਰੇਲੀਆ ਦੇ ਵਿੱਚ ਤੁਸੀਂ ਕੀ ਪੜ੍ਹਨਾ ਚਾਹੁੰਦੇ ਹੋ, ਕਿਉਂ ਪੜ੍ਹਨਾ ਚਾਹੁੰਦੇ ਹੋ, ਠੀਕ ਹੈ, ਹਾਇਰ ਐਜੂਕੇਸ਼ਨ ਕਿਉਂ ਕਰਨਾ ਚਾਹੁੰਦੇ ਹੋ, ਐਜੂਕੇਸ਼ਨ ਸਿਸਟਮ ਆਫ ਆਸਟ੍ਰੇਲੀਆ ਦੇ ਬਾਰੇ ਕੀ ਜਾਣਦੇ ਹੋ, ਪ੍ਰੈਕਟੀਕਲ ਸਕਿੱਲਸ ਦੇ ਬਾਰੇ ਕੀ ਜਾਣਦੇ ਹੋ, ਵਾਈਬ੍ਰੈਂਟ ਕਲਚਰ, ਫਰੈਂਡਲੀ ਪੀਪਲਸ ਦੇ ਬਾਰੇ ਕੀ ਜਾਣਦੇ ਹੋ, ਕੁਆਲਿਟੀ ਆਫ ਡਿਗਰੀ ਦੇ ਬਾਰੇ ਕੀ ਜਾਣਦੇ ਹੋ, ਕੁਆਲਿਟੀ ਆਫ ਯੂਨੀਵਰਸਿਟੀ ਦੇ ਬਾਰੇ ਕੀ ਜਾਣਦੇ ਹੋ। ਇਹ ਸਾਰੀਆਂ ਚੀਜ਼ਾਂ ਦੇ ਬਾਰੇ ਉਹ ਜਾਣਨਾ ਚਾਹੁੰਦੇ ਆ। ਸੋ ਅੱਜ ਦੀ ਡੇਟ ਦੇ ਵਿੱਚ ਤੁਹਾਨੂੰ R&D ਕਰਨੀ ਪਏਗੀ, ਕਿਉਂਕਿ ਕਾਲਜ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ, ਤੁਸੀਂ ਜਿੱਥੇ ਅਪਲਾਈ ਕੀਤਾ ਉਸ ਚੀਜ਼ ਦੇ ਬਾਰੇ ਤੁਹਾਨੂੰ ਦੱਸਣਾ ਪਏਗਾ। ਸੋ ਇਸੇ ਤਰੀਕੇ ਨਾਲ ਅਗਰ ਆਪਾਂ ਲੈ ਕੇ ਚੱਲਦੇ ਹਾਂ ਕਿ ਤੁਸੀਂ USA, UK, ਜਰਮਨੀ, ਫਰਾਂਸ ਇਸ ਜਗ੍ਹਾ ਦੇ ਵਿੱਚ ਕਿਉਂ ਨਹੀਂ ਅਪਲਾਈ ਕੀਤਾ, ਤੁਸੀਂ ਸਾਡੇ ਆਸਟ੍ਰੇਲੀਆ ਦੇ ਵਿੱਚ ਕਿਉਂ ਅਪਲਾਈ ਕੀਤਾ, ਵੀਜ਼ਾ ਆਫਿਸਰ ਇੱਥੇ ਤੱਕ ਵੀ ਕੁਐਸਚਨ ਪੁੱਛਦਾ ਹੈ। ਸੋ ਮਤਲਬ ਤੁਸੀਂ ਆਸਟ੍ਰੇਲੀਆ ਮਤਲਬ ਤੁਸੀਂ ਛੱਡੋਗੇ ਕਿ ਨਹੀਂ ਛੱਡੋਗੇ, ਪੜ੍ਹਨ ਤੋਂ ਬਾਅਦ ਤੁਸੀਂ ਵਾਪਸ ਆਪਣੀ ਕੰਟਰੀ 'ਚ ਆਓਗੇ ਕਿ ਨਹੀਂ ਆਓਗੇ ਜਾਂ ਕਿਸੇ ਹੋਰ ਕੰਟਰੀ 'ਚ ਮੂਵ ਕਰਨਾ, ਤੁਹਾਡਾ ਪਲਾਨ ਕੀ ਹੈ, ਇਹ ਜਾਣਨਾ ਚਾਹੁੰਦੀ ਹੈ। ਇਮੀਗ੍ਰੇਸ਼ਨ ਨੂੰ ਸਾਫ਼ ਤੁਹਾਡੇ ਬਾਰੇ ਜਾਣਨਾ ਹੈ। ਤੁਸੀਂ ਮਤਲਬ ਉੱਥੇ ਜਾ ਕੇ ਮਤਲਬ ਇਹ ਤਾਂ ਨਹੀਂ ਹੈ ਕਿ ਤੁਸੀਂ ਆਪਣੇ ਵੀਜ਼ੇ ਨੂੰ ਕੈਰੀਅਰ ਗੋਲ ਨੂੰ ਚੇਂਜ ਕਰੋਗੇ ਜਾਂ ਆਪਣੇ ਜਿਹੜੇ ਪ੍ਰੋਸਪੈਕਟਸ ਨੂੰ ਚੇਂਜ ਕਰੋਗੇ। ਡਿਪਾਰਟਮੈਂਟ ਜਿਹੜਾ ਤੁਸੀਂ ਕੋਰਸ ਕੀਤਾ ਹੈ ਉਸ ਡਿਪਾਰਟਮੈਂਟ ਦੀ ਵੈਬਸਾਈਟ ਕੀ ਹੈ, ਵੈਬਸਾਈਟ ਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਤੁਸੀਂ ਉੱਥੇ ਦੇ ਰੈਫਰੀ ਮਤਲਬ ਤੁਹਾਡਾ ਜਿਹੜਾ ਕਾਲਜ ਦਾ ਤੁਹਾਡੇ ਫੈਕਲਟੀਜ਼ ਹੈ ਉਹਨਾਂ ਦੇ ਨਾਲ ਤੁਹਾਡੀ ਕਿੰਨੀ ਗੱਲ ਹੋਈ ਹੈ, ਤੁਹਾਨੂੰ ਸਾਰੀਆਂ ਡਿਟੇਲਸ ਕਲੀਅਰ ਹੈਗੀਆਂ ਕਿ ਨਹੀਂ ਹੈਗੀਆਂ, ਸਾਰੀਆਂ ਚਾਹੀਦੀਆਂ। ਉਸ ਤੋਂ ਬਾਅਦ ਜਿਹੜਾ ਕੋਰ ਸਬਜੈਕਟ ਹੈ ਉਹਦੇ ਬਾਰੇ ਤੁਹਾਨੂੰ ਕੀ ਪਤਾ ਹੈਗਾ, ਇਹ ਸਾਰੀ ਨੌਲੇਜ ਤੁਹਾਨੂੰ ਦੇਣੀ ਪਏਗੀ। ਕਿਤੇ ਨਾ ਕਿਤੇ ਇਹ ਚੀਜ਼ਾਂ ਕੈਲਕੂਲੇਟ ਕੀਤੀਆਂ ਜਾਂਦੀਆਂ। ਸੋ ਇਸੇ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਤੁਸੀਂ ਜਦੋਂ ਪਹੁੰਚੋਗੇ ਤੁਹਾਨੂੰ ਕੌਣ ਪਿਕ ਕਰੇਗਾ ਯੂਨੀਵਰਸਿਟੀ ਤੋਂ, ਕੌਣ ਲੈਣ ਆਏਗਾ, ਉਸ ਤੋਂ ਬਾਅਦ ਤੁਹਾਨੂੰ ਹੋਮ ਕੰਟਰੀ ਦੇ ਵਿੱਚ ਮਤਲਬ ਤੁਹਾਡੀ ਜਿਹੜਾ ਕੋਰਸ ਹੈਗਾ ਤੁਹਾਡੀ ਹੋਮ ਕੰਟਰੀ 'ਚ ਹੈਗਾ ਕਿ ਨਹੀਂ ਹੈਗਾ, ਤੁਸੀਂ ਕਿਉਂ ਨਹੀਂ ਕਰਨਾ ਚਾਹੁੰਦੇ, ਇਹਦਾ ਜਵਾਬ ਵੀ ਤੁਹਾਨੂੰ ਦੇਣਾ ਪਏਗਾ। ਮਤਲਬ ਇੱਥੇ ਤੱਕ ਪੁੱਛਿਆ ਜਾਂਦਾ ਕਿ ਤੁਹਾਡੇ ਸੇਮ ਡਿਸਟ੍ਰਿਕਟ ਦੇ ਵਿੱਚ ਵੀ ਤੁਹਾਡੇ ਕੋਲ ਇਹ ਕੋਰਸਿਸ ਹੈਗੇ, ਤੁਸੀਂ ਕਿਉਂ ਨਹੀਂ ਕਰਨਾ ਚਾਹੁੰਦੇ। ਇਸੇ ਤਰੀਕੇ ਨਾਲ ਹੋਰ ਬਹੁਤ ਤਰ੍ਹਾਂ ਦੇ ਕੁਐਸਚਨਸ ਹੈਗੇ। ਐਕਸਪੋਜ਼ਰ ਕੀ ਹੈ, ਇੰਟਰਨੈਸ਼ਨਲ ਐਕਸਪੋਜ਼ਰ ਕੀ ਹੈ, ਰਿਕੋਗਨੀਸ਼ਨ ਕੀ ਹੈ, ਗੈਟ ਡਿਗਰੀ ਕਦੋਂ ਮਿਲੇਗੀ, ਠੀਕ ਹੈ, ਕਦੋਂ ਤੁਹਾਡੀ ਡਿਗਰੀ ਕੰਪਲੀਟ ਹੋਣੀ, ਡਿਗਰੀ ਕਰਨ ਤੋਂ ਬਾਅਦ ਤੁਸੀਂ PR ਲੈ ਸਕਦੇ ਕਿ ਨਹੀਂ ਲੈ ਸਕਦੇ। ਕੇਸ ਆਫਿਸਰ ਈਵਨ ਇਹ ਵੀ ਪੁੱਛ ਸਕਦਾ ਕਿ ਟਿਊਸ਼ਨ ਫੀਸ ਦੀ ਕਾਸਟ ਜਿਹੜੀ ਆਸਟ੍ਰੇਲੀਆ ਦੇ ਵਿੱਚ ਹੈ ਔਰ ਇੰਡੀਆ ਦੇ ਵਿੱਚ ਹੈ, ਕੈਨ ਕੰਪਲੀਟ ਦਾ ਪ੍ਰੋਗਰਾਮ ਇਨ ਇੰਡੀਆ ਵੈਰੀ ਲੋਸਟ, ਮਤਲਬ ਤੁਸੀਂ ਬੜੇ ਘੱਟ ਖਰਚੇ 'ਚ ਤੁਸੀਂ ਇੰਡੀਆ 'ਚ ਪੜ੍ਹ ਸਕਦੇ ਹੋ ਲੇਕਿਨ ਤੁਸੀਂ ਆਸਟ੍ਰੇਲੀਆ 'ਚ ਕਿਉਂ ਪੜ੍ਹਨਾ ਚਾਹੁੰਦੇ ਹੋ, ਇਹ ਮਤਲਬ ਵੀਜ਼ਾ ਆਫਿਸਰ ਦਾ ਇੱਕ ਕੰਸੈਂਟ ਰਹਿ ਸਕਦਾ ਹੈ। ਸੋ ਇਸੇ ਤਰੀਕੇ ਨਾਲ ਕਿੰਨੀ ਦੇਰ ਦਾ ਕੋਰਸ ਹੈ, ਕੋਰਸ ਕਦੋਂ ਕਿ ਸਟਾਰਟ ਹੋਣਾ, ਕੋਰਸ ਦੀ ਕਾਸਟ ਕੀ ਹੈ, ਮਤਲਬ ਤੁਹਾਨੂੰ ਕੋਰਸ ਦੀ A to Z ਡਿਟੇਲ ਪਤਾ ਹੋਣੀ ਚਾਹੀਦੀ ਹੈ। ਜੇ ਤੁਸੀਂ ਬਾਹਰ ਜਾਂਦੇ ਪਏ ਹੋ ਤੁਸੀਂ ਉਸ ਕੰਟਰੀ ਦੇ ਬਾਰੇ, ਉਸ ਕਲਚਰ ਦੇ ਬਾਰੇ, ਉਹਦੇ ਕੋਰਸ ਦੇ ਬਾਰੇ, ਉਹਦੇ ਪ੍ਰੋਸਪੈਕਟਸ ਦੇ ਬਾਰੇ, ਉਸ ਪੜ੍ਹਨ ਤੋਂ ਬਾਅਦ ਕੀ ਹੋਊਗਾ, ਸਾਰਾ ਕੁਝ ਤੁਹਾਨੂੰ ਦੱਸਣਾ ਪਏਗਾ। ਜਿਹੜੀ COE ਆਉਂਦੀ ਹੈ ਉਹਦੇ ਵਿੱਚ ਟੋਟਲ ਸਮੈਸਟਰ ਕਿੰਨੇ ਹੈ, ਕੋਰਸ ਫੀਸ ਤੁਸੀਂ ਕਿੰਨੀ ਪੇ ਕੀਤੀ ਹੈ, ਉਹਦੇ ਬਾਰੇ ਵੀ ਬਿਊਰਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਆਪਣੀ ਫੀਸ ਕਿੰਨੀ ਪੇ ਕੀਤੀ ਹੈ, ਕਿੰਨੀ ਡਿਊਰੇਸ਼ਨ ਦੀ ਫੀਸ ਜਮ੍ਹਾਂ ਕਰਾਈ ਹੈ। ਫੀਸ ਦੀ ਰਸੀਦ ਵੀ ਪੁੱਛ ਸਕਦੇ, ਇੱਥੇ ਤੱਕ ਵੀ ਹੋ ਸਕਦਾ ਹੈ ਫੀਸ ਕਿੱਦਾਂ ਭੇਜੀ ਹੈ, ਕੰਪਲੀਟਲੀ ਜਿਹੜੀ ਤੁਹਾਡੀ ਫੀਸ ਹੈਗੀ ਆ ਉਹ ਤੁਸੀਂ ਆਪਣੇ ਕੋਰਸ ਦੇ ਉਹਦੇ ਵਿੱਚ ਭੇਜੀ ਆ, ਤੁਸੀਂ ਅਵੇਅਰ ਹੈਗੇ ਕਿਉਂਕਿ ਨਹੀਂ, ਤੁਹਾਡਾ ਕੰਸੈਂਟ ਹੈਗਾ ਕਿ ਨਹੀਂ ਹੈਗਾ, ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਤੁਸੀਂ ਏਜੰਟ ਨੂੰ ਜ਼ਰੂਰ ਤੁਸੀਂ ਚੂਜ਼ ਕਰਦੇ ਹੋ ਲੇਕਿਨ ਉੱਥੇ ਤੁਹਾਡੇ ਕੰਸੈਂਟ ਜ਼ਰੂਰ ਲੈਂਦੇ ਆ ਕਿ ਤੁਹਾਨੂੰ ਪਤਾ ਹੈ ਕਿ ਤੁਹਾਡਾ ਕੋਰਸ ਕੀ ਹੈ, ਤੁਹਾਨੂੰ ਪਤਾ ਹੈ ਕਿ ਤੁਸੀਂ ਕਿੰਨੀ ਫੀਸ ਦਿੱਤੀ ਹੈ। ਇਹ ਚੀਜ਼ਾਂ ਸਾਰੀਆਂ ਕਿਉਂਕਿ ਤੁਹਾਨੂੰ ਜਾਣਨੀਆਂ ਵੀ ਜ਼ਰੂਰੀ ਹੈ, ਅਵੇਅਰਨੈਸ ਵੀ ਜ਼ਰੂਰੀ ਹੈ। ਅੱਜ ਦੀ ਡੇਟ ਦੇ ਵਿੱਚ ਜਿੱਦਾਂ ਫੰਡਿੰਗ ਨੂੰ ਲੈ ਕੇ ਬਹੁਤ ਜ਼ਿਆਦਾ ਇਸ਼ੂਜ਼ ਬਣੇ ਹੋਏ ਆ, ਲਾਈਕ 3 ਸਟੇਟ ਆਪਾਂ ਲੈ ਕੇ ਚੱਲਦੇ ਹਾਂ, ਉਸ ਪੰਜਾਬ ਹੋ ਗਿਆ, ਗੁਜਰਾਤ ਹੋ ਗਿਆ, ਹਰਿਆਣਾ ਹੋ ਗਿਆ, ਇਹ ਥੰਡਰ ਕਲੈਪ ਹੋ ਚੁੱਕਾ ਹੈ ਕਿਉਂਕਿ ਕਈ ਸਾਡੇ ਭਰਾਵਾਂ ਨੇ ਮਤਲਬ ਸਾਡੇ ਫਰੈਂਡ ਸਰਕਲ ਦੇ ਵਿੱਚ ਇਹ ਲੈ ਕੇ ਚੱਲੋ ਕਿ ਕਈਆਂ ਨੇ ਮਿਸ ਗਾਈਡਿੰਗ ਕਰਕੇ ਸਟੂਡੈਂਟਸ ਨੂੰ ਅਲੱਗ ਤਰ੍ਹਾਂ ਦਾ ਫਾਈਲ ਲਗਾਉਣ ਦੇ ਕਰਕੇ ਕਿਉਂਕਿ ਉਹਦੀ ਵੀ ਵੈਰੀਫਿਕੇਸ਼ਨ ਹੋਈ, ਉਹਦੇ ਕੋਲ ਫੰਡਸ ਨਹੀਂ ਮਿਲੇ, ओरिजिनल फंड्स नहीं मिले तो उन्होंने की किया कि उन्होंने एक रेड मार्क कर दिता, तो ब्लैक लिस्ट से पाता कि इस स्टेट के विच फोर्जरी डॉकूमेंट लाए जाते हैं, कितने कितने डुप्लीकेट कागज़ लाई जाते, इस करके उन्होंने ज़्यादा डीपली चैक करने की कोशिश की जा रही है।
ਬੱਚਾ ਕਿਤੇ ਨਾ ਕਿਤੇ ਇਹ ਨਹੀਂ ਹੈ ਕਿ ਉਸ ਸਟੇਟ ਦੇ ਬੱਚੇ ਨੂੰ ਉਹਨਾਂ ਨੇ ਲੈਣਾ ਨਹੀਂ। ਜੇ ਚੰਗਾ ਬੱਚਾ ਹੈ, ਚੰਗੀ ਤਰ੍ਹਾਂ ਫਾਈਲ ਲਾਉਂਦਾ ਪਿਆ, ਆਪਣੇ ਫੰਡ ਸ਼ੋਅ ਕਰਦਾ ਪਿਆ, ਰਿਸੋਰਸਿੰਗ ਸ਼ੋਅ ਕਰਦਾ ਪਿਆ, ਆਪਣੇ ਇਨਕਮ ਪ੍ਰੂਫ ਪ੍ਰੋਪਰ ਦੇ ਰਿਹਾ, ਆਪਣੇ ਐਵੀਡੈਂਸ ਪ੍ਰੋਪਰ ਦੇ ਰਿਹਾ, ਆਪਣੇ ਰਿਲੇਟਿਵਸ ਜਾਂ ਜਿਹਦੇ ਵੀ ਫੰਡ ਦਿਖਾ ਰਿਹਾ ਉਹਦਾ ਰਿਲੇਸ਼ਨ ਪ੍ਰੂਫ ਦੇ ਰਿਹਾ, ਤਾਂ ਵੀਜ਼ਾ ਆ ਸਕਦਾ ਹੈ। ਵੀਜ਼ੇ ਦੀ ਕੋਈ ਪ੍ਰੋਬਲਮ ਨਹੀਂ ਹੈ, ਲੇਕਿਨ ਇੱਕ ਪ੍ਰੈਜੈਂਟੇਸ਼ਨ ਮੈਟਰ ਕਰਦੀ ਹੈ ਲੋਟ। ਔਰ ਇਹਦੇ ਵਿੱਚ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਦੇਖਣ ਵਾਲੀਆਂ। ਤੁਸੀਂ ਜਿਹੜੇ ਕੰਟੈਂਟਸ ਹੈ ਆਫਰ ਕੀਤਾ ਹੈ, ਜਿਹੜਾ ਪ੍ਰੀ ਰਿਕੁਇਜ਼ਿਟ ਤੁਸੀਂ ਆਫਰ ਲੈਟਰ ਲਿੱਤੀ ਹੈ ਜਾਂ ਤੁਸੀਂ ਆਪਣਾ ਗੈਪ ਦਾ ਐਵੀਡੈਂਸ ਦਿੱਤਾ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਐਕਸਪਲੇਨ ਕਰਨੀਆਂ ਪੈਣੀਆਂ। ਤੁਹਾਨੂੰ ਕਿਤੇ ਨਾ ਕਿਤੇ ਉਸ ਚੀਜ਼ ਦੇ ਉੱਤੇ ਕਲੈਰੀਫਿਕੇਸ਼ਨ ਦੇਣੀ ਪੜੇਗੀ ਕਿ ਮੈਂ ਇਹ ਕੋਰਸ ਕਿਉਂ ਲਿੱਤਾ ਹੈ। ਠੀਕ ਹੈ, ਪਹਿਲੇ ਪਿਛਲੇ ਕੰਮ ਦੇ ਨਾਲ ਇਹ ਕੋਰਸ ਮੈਚ ਕਰਦਾ ਕਿ ਨਹੀਂ ਕਰਦਾ, ਇਹ ਕੋਰਸ ਕਰਨ ਤੋਂ ਬਾਅਦ ਤੁਹਾਨੂੰ ਕੀ ਹੋਏਗਾ, ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਤੁਹਾਨੂੰ ਦੱਸਣੀਆਂ ਪੈਣਗੀਆਂ ਵੀਜ਼ਾ ਆਫਿਸਰ ਨੂੰ। ਕੌਣ ਸਪਾਂਸਰ ਕਰਦਾ ਪਿਆ, ਸਪਾਂਸਰ ਕਰਨ ਵਾਲਾ ਜਿਹੜਾ ਬੰਦਾ ਹੈਗਾ ਬਾਇਓਲੋਜੀਕਲ ਪੇਰੈਂਟਸ ਹੈ ਜਾਂ ਕੋਈ ਰਿਸ਼ਤੇਦਾਰ ਹੈ। ਅਗਰ ਰਿਸ਼ਤੇਦਾਰ ਹੈ ਤਾਂ ਰਿਸ਼ਤੇਦਾਰ ਦੇ ਐਵੀਡੈਂਸਸ ਕੀ ਹੈ, ਉਹ ਕਿੱਦਾਂ ਰਿਸ਼ਤੇਦਾਰ ਹੈ, ਕਿੰਨਾ ਕਲੋਜ਼ ਰਿਸ਼ਤੇਦਾਰ ਹੈ, ਉਹਦੇ ਵੀ ਐਵੀਡੈਂਸਸ ਤੁਹਾਨੂੰ ਦੇਣੇ ਪੈਗੇ। ਕਿਤੇ ਨਾ ਕਿਤੇ ਤੁਹਾਡੇ ਜਿਹੜੇ ਆਧਾਰ ਕਾਰਡ ਜਾਂ ਇੱਦਾਂ ਦੇ ਪ੍ਰੂਫ ਜਿਹੜੇ ਹੁੰਦੇ ਆ, ਉਹਦੇ ਵਿੱਚ ਆਪਣੇ ਫਾਦਰ ਦਾ ਜਾਂ ਉਹਦਾ ਰਿਲੇਸ਼ਨ ਪ੍ਰੂਫ ਹੋ ਜਾਂਦਾ ਹੈ। ਕਈ ਵਾਰ ਰਿਸ਼ਤੇਦਾਰਾਂ ਦਾ ਵੀ ਪ੍ਰੂਫ ਹੋ ਜਾਂਦਾ ਹੈ, ਕਈ ਵਾਰ ਦਾਦੇ ਦਾ ਨਾਮ ਸੇਮ ਹੁੰਦਾ, ਕਈ ਵਾਰ ਨਾਨੇ ਦਾ ਨਾਮ ਸੇਮ ਹੁੰਦਾ। ਇੱਦਾਂ ਦੇ ਕੁਝ ਪੇਪਰਸ ਲੱਗ ਜਾਂਦੇ ਆ ਜਿਹਦੇ ਵਿੱਚ ਪ੍ਰੂਫ ਹੋ ਜਾਂਦਾ ਕਿ ਬੱਚੇ ਨੂੰ ਸਪਾਂਸਰ ਜੈਨੂਨ ਬੰਦੇ ਨੇ ਕੀਤਾ ਹੈ। ਸੋ ਕੰਸੈਂਟ ਇਹ ਹੁੰਦਾ ਕਿ ਜੇ ਆਪਾਂ ਜੈਨੂਨ ਬੰਦੇ ਕੋ ਨਹੀਂ ਕਰਾਉਂਦੇ, ਥਰਡ ਪਾਰਟੀ ਤੋਂ ਕਰਾਉਂਦੇ, ਉਹਨੂੰ ਆਪਾਂ ਰਿਸ਼ਤੇਦਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਉੱਥੇ ਕਿਤੇ ਨਾ ਕਿਤੇ ਵੀਜ਼ਾ ਆਫਿਸਰ ਇਹ ਕੁਐਸਚਨ ਕਰ ਸਕਦਾ ਹੈ ਕਿ ਇਹ ਬੰਦੇ ਦੇ ਜਿਹੜੇ ਪ੍ਰੂਫ ਲਾਏ ਆ ਕਿਤੇ ਨਾ ਕਿਤੇ ਇੱਦਾਂ ਤਾਂ ਨਹੀਂ ਹੈ ਕਿ ਕਰਜ਼ਾ ਲੈ ਕੇ ਕੀਤਾ ਹੈ, ਬੋਰਿੰਗ ਕਰਕੇ ਕੀਤਾ ਹੈ, ਕੱਲ੍ਹ ਨੂੰ ਵੀਜ਼ਾ ਲੈਣ ਵਾਸਤੇ ਉਹਦੇ ਕੋਲ ਕਰਜ਼ਾ ਲਿੱਤਾ ਹੈ, ਕੱਲ੍ਹ ਨੂੰ ਇਹ ਪੜ੍ਹਨਾ ਕਿ ਨਹੀਂ ਪੜ੍ਹਨਾ, ਉਹਦਾ ਇੰਟੈਂਸ਼ਨ ਕਲੀਅਰ ਹੈ ਕਿ ਨਹੀਂ, ਉਹ ਚੀਜ਼ਾਂ ਵੀਜ਼ਾ ਆਫਿਸਰ ਪੁੱਛ ਸਕਦਾ ਹੈ। ਰਾਈਟ। ਸੋ ਇਸ ਤਰੀਕੇ ਨਾਲ ਕਰੀਅਰ ਗੋਲ ਦੇ ਉੱਪਰ ਬਹੁਤ ਵੱਡਾ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਤੁਸੀਂ ਅਕਾਊਂਟੈਂਟ ਦੀ ਜੌਬ ਕਰਨੀ ਹੈ, ਮੈਨੇਜਮੈਂਟ ਜੌਬ ਕਰਨੀ ਹੈ, IT ਦਾ ਸਟੂਡੈਂਟ ਹੋ ਤਾਂ ਤੁਸੀਂ ਕੀ ਕਰੋਗੇ, ਤੇ ਪ੍ਰੋਸਪੈਕਟਸ ਕੀ ਹੈ, ਆਰਗੇਨਾਈਜੇਸ਼ਨ ਕਿਹੜੀ ਜੁਆਇਨ ਕਰੋਗੇ, ਅਗਲਾ ਪ੍ਰੋਸਪੈਕਟਸ ਕੀ ਹੈ, ਕਿਹੜੀਆਂ ਆਰਗੇਨਾਈਜੇਸ਼ਨ ਤੁਹਾਨੂੰ ਲੈ ਸਕਦੀ ਹੈ, ਕਿਹੜੇ ਮੈਨੇਜਮੈਂਟ ਕਿਹੜੇ ਅਕਾਊਂਟਿੰਗ ਦੀ ਜੌਬ ਤੁਹਾਨੂੰ ਮਿਲ ਸਕਦੀ ਹੈ। ਇਹ ਸਾਰੀਆਂ ਦੀ ਚੀਜ਼ਾਂ ਦੇ ਉੱਤੇ ਹੁਣ ਇਹਦੀ ਬਹੁਤ ਲੰਬੀ ਲਿਸਟ ਹੈ, ਆਪਾਂ ਸ਼ਾਰਟ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਇੰਨੀ ਲੰਬੀ ਚੀਜ਼ ਆਪਾਂ ਡਿਸਕਸ ਨਹੀਂ ਕਰ ਪਾਵਾਂਗੇ। ਹੁਣ ਤੁਹਾਡੀ ਹੋਮ ਕੰਟਰੀ ਦੇ ਵਿੱਚ ਕੀ ਹੈ ਕਿ ਤੁਸੀਂ ਰਿਟਰਨਿੰਗ ਪ੍ਰੋਗਰਾਮ ਕੀ ਹੈ, ਇਹ ਬਹੁਤ ਵੱਡਾ ਕੁਐਸਚਨ ਹੈ ਕਿ ਰਿਟਰਨਿੰਗ ਪ੍ਰੋਗਰਾਮ ਕੀ ਹੈ, ਤੁਹਾਨੂੰ ਦੇਣਾ ਪਏਗਾ ਰਿਟਰਨਿੰਗ ਪ੍ਰੋਗਰਾਮ ਕੀ ਹੈ। ਰਿਟਰਨਿੰਗ ਪ੍ਰੋਗਰਾਮ ਦਾ ਮਤਲਬ ਇਹ ਹੈ ਕਿ ਤੁਸੀਂ ਕੋਰਸ ਕੰਪਲੀਟ ਕਰਨ ਤੋਂ ਬਾਅਦ ਤੁਸੀਂ ਆਪਣੀ ਇੰਡੀਆ ਦੇ ਵਿੱਚ ਆ ਕੇ ਕੀ ਕਰੋਗੇ, ਕੀ ਸਟਾਰਟ ਕਰੋਗੇ। ਸੋ ਜਾਂ ਜੌਬ ਕਰੋਗੇ ਜਾਂ ਕੀ ਕਰੋਗੇ, MNC ਜੁਆਇਨ ਕਰੋਗੇ, ਇਹਦੇ ਉੱਤੇ ਵੀ ਕੁਐਸਚਨਿੰਗ ਆਏਗੀ। ਸੋ ਇੰਟਰਵਿਊ ਜਿਹੜਾ ਵੀਜ਼ਾ ਆਫਿਸਰ ਹੈ ਕੁਝ ਵੀ ਪੁੱਛ ਸਕਦਾ, ਤੁਹਾਡੇ ਬਾਰੇ ਹੀ ਪੁੱਛਿਆ ਜਾਏਗਾ, ਤੁਹਾਡੇ ਨਾਲ ਰਿਲੇਟਡ ਹੀ ਪੁੱਛਿਆ ਜਾਏਗਾ। ਉਹਦੇ ਵਿੱਚ ਇਹ ਵੀ ਪੁੱਛਿਆ ਜਾਂਦਾ ਕਿ ਤੁਸੀਂ ਆਸਟ੍ਰੇਲੀਆ ਪਹਿਲਾਂ ਵਿਜ਼ਿਟ ਕੀਤਾ ਹੈ ਕਿ ਨਹੀਂ ਕੀਤਾ ਹੈ, ਵਿਜ਼ਿਟ ਕਰਨ ਤੋਂ ਬਾਅਦ ਤੁਸੀਂ ਕਿੱਥੇ ਰਹੇ ਸੀਗੇ, ਠੀਕ ਹੈ, ਕਿੰਨੇ ਮਹੀਨੇ ਦਾ ਵੀਜ਼ਾ ਆਇਆ ਸੀਗਾ, ਤੁਸੀਂ ਜ਼ਿਆਦਾ ਓਵਰਸਟੇ ਤਾਂ ਨਹੀਂ ਹੋਏ, ਤੁਹਾਡੀ ਟਰੈਵਲ ਹਿਸਟਰੀ ਮਾੜੀ ਤਾਂ ਨਹੀਂ, ਤੁਹਾਡਾ ਕੋਈ ਰਿਸ਼ਤੇਦਾਰ ਕਦੀ ਟਰੈਵਲ ਤਾਂ ਨਹੀਂ ਕੀਤਾ, ਟਰੈਵਲ ਕਰਨ ਤੋਂ ਬਾਅਦ ਉਹ ਬੰਦਾ ਕਿਤੇ ਉੱਥੇ ਤਾਂ ਨਹੀਂ ਰਹਿ ਗਿਆ। ਇਹ ਚੀਜ਼ਾਂ ਵੀ ਕਈ ਵਾਰ ਪੁੱਛੀਆਂ ਜਾਂਦੀਆਂ। ਲਿਵਿੰਗ ਕਾਸਟ ਅਗੇਨ ਤੁਹਾਡੀ ਜਿਹੜੀ ਹੈਗੀ ਆਪਾਂ ਫੰਡਿੰਗ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਟੋਟਲ ਫੰਡ ਰਿਕੁਆਇਰਮੈਂਟ ਕਿੰਨੀ ਹੈਗੀ, ਠੀਕ ਹੈ, ਉਹਦੇ ਵਿੱਚ ਤੁਹਾਨੂੰ ਕਲੀਅਰਲੀ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਫੰਡ ਰਿਕੁਆਇਰਮੈਂਟ ਕਿੰਨੀ ਹੈਗੀ ਹੈ। 1 ਈਅਰ ਲਿਵਿੰਗ ਕਾਸਟ ਜਿਹੜੀ ਹੈ 20,290 ਆਸਟ੍ਰੇਲੀਅਨ ਡਾਲਰ ਹੈਗੀ ਆ, ਠੀਕ ਹੈ। ਟਰੈਵਲ ਕਾਸਟ ਨੂੰ ਕੈਲਕੂਲੇਟ ਕਰ ਦਿਓ ਔਰ ਸਾਲ ਦੀ ਫੀਸ ਨੂੰ ਕੈਲਕੂਲੇਟ ਕਰ ਦਿਓ, ਤੁਹਾਡੇ ਫੰਡਿੰਗ ਕੈਲਕੂਲੇਸ਼ਨ ਬਣ ਜਾਏਗੀ। ਚਾਹੇ ਜਿਹੜਾ ਵੀ ਕਾਲਜ ਹੋਗਾ ਤੁਹਾਨੂੰ ਈਜ਼ੀਲੀ ਪਤਾ ਲੱਗ ਜਾਊਗਾ ਕਿ ਮੇਰੀ ਫੰਡ ਐਗਜ਼ੈਕਟਲੀ ਕਿੰਨੀ ਚਾਹੀਦੀ ਹੈ। ਲਾਈਕ ਕਈ ਵਾਰ ਮਤਲਬ ਆਪਾਂ ਨੂੰ ਕੋਈ ਵੀ ਕੰਸਲਟੈਂਟ ਕਹਿੰਦਾ ਹੈ ਕਿ ਨਹੀਂ ਸਾਨੂੰ 25 ਲੱਖ ਦੇ ਫੰਡ ਚਾਹੀਦੇ, ਸਾਨੂੰ 26 ਲੱਖ ਦੇ ਫੰਡ ਚਾਹੀਦੇ। ਇਹਦੇ ਉੱਤੇ ਵੀ ਵੱਡਾ ਕੰਸੈਂਟ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਫੰਡਾਂ ਦੇ ਨਾਮ 'ਤੇ ਵੀ ਬਹੁਤ ਵੱਡੀ ਠੱਗੀ ਹੁੰਦੀ ਹੈ। ਸੋ ਇਸ ਤਰੀਕੇ ਨਾਲ ਥੋੜ੍ਹਾ ਬਚਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਕਾਸਟ ਆਫ ਲਿਵਿੰਗ ਔਰ ਤੁਹਾਡੀ ਜਿਹੜੀ ਟਰੈਵਲ ਕਾਸਟ ਹੈਗੀ ਹੈ, ਟਰੈਵਲ ਐਕਸਪੈਂਸਿਸ ਹੈਗੀ ਹੈ, ਪਲੱਸ ਤੁਹਾਡੀ 1 ਸਾਲ ਦੀ ਫੀਸ ਜਿਹੜੀ ਹੈ ਉਹ ਕੈਲਕੂਲੇਟ ਕਰਕੇ ਤੁਸੀਂ ਲਿਵਿੰਗ ਕਾਸਟ ਨੂੰ ਕਰ ਸਕਦੇ ਹੋ। ਰਾਈਟ। ਤੁਸੀਂ ਫੰਡਿੰਗ ਦੇ ਵਿੱਚ ਕੀ ਲਾ ਰਹੇ ਹੋ, ਤਾਂ ਇੱਕ ਐਜੂਕੇਸ਼ਨ ਲੋਨ ਹੈ, ਸਿਕਿਉਰਿਟੀ ਹੈਗੀ ਆ, ਬੈਂਕ ਲੋਨ ਹੈਗਾ ਜਾਂ ਲੋਨ ਸੈਂਕਸ਼ਨ ਲੈਟਰ ਹੈ, FDR ਹੈਗੀਆਂ, ਇਹਦੀਆਂ ਮੈਚੁਰਿਟੀ ਡੇਟ ਕਦੋਂ ਹੈ, ਕਦੋਂ ਇਸ਼ੂ ਹੋਈ ਸੀਗੀਆਂ, ਇਹ ਵੀ ਮੈਟਰ ਕਰਦੀਆਂ ਕਿ ਅੱਜ ਤੁਸੀਂ FDR ਨਵੀਂ ਲਾ ਰਹੇ ਹੋ, ਉਹਦੇ ਉੱਤੇ ਵੀ ਉਹ ਵੀਜ਼ਾ ਆਫਿਸਰ ਕੁਐਸਚਨ ਪੁੱਛ ਸਕਦਾ ਹੈ ਕਿ ਅੱਜ ਤੁਸੀਂ FDR ਕਰਾਈ ਹੈ ਔਰ ਅੱਜ ਹੀ ਤੁਸੀਂ ਫਾਈਲ ਲਾ ਰਹੇ ਹੋ, ਇਹਦੀ ਮੈਚੁਰਿਟੀ ਡੇਟ ਇੱਦਾਂ ਹੈਗੀ, ਤੁਸੀਂ FDR ਕਾਹਤੇ ਕਰਾਈ, ਤੁਹਾਡੇ ਕੋਲ ਫਲੈਕਸੀਬਿਲਿਟੀ ਸੀਗੀ, ਤੁਸੀਂ ਬਾਹਰ ਆਉਣਾ ਚਾਹੁੰਦੇ ਸੀਗੇ, ਤੁਹਾਡੀ ਫੈਮਿਲੀ ਫੰਡ ਸੀਗੇ, ਤੁਸੀਂ ਪਹਿਲਾਂ ਵੀ ਰੱਖ ਸਕਦੇ ਸੀਗੇ, ਤੁਸੀਂ ਸੇਵਿੰਗ 'ਚ ਵੀ ਰੱਖ ਸਕਦੇ ਸੀ, ਹੁਣ ਤੁਹਾਡੇ ਕੋਲ FDR ਆਈ ਹੈ ਤਾਂ ਪੈਸੇ ਕਿੱਥੋਂ ਆਏ, ਰਿਸੋਰਸਿੰਗ ਦੇਣੀ ਜ਼ਰੂਰੀ ਹੈ। ਸੋ ਇਸੇ ਤਰੀਕੇ ਨਾਲ ਫੰਡ ਫਰੈਸ਼ ਹੈਗੇ ਆ, ਰਿਸੋਰਸ ਕਿੱਥੋਂ ਆ, ਫੰਡਸ ਆਏ ਕਿੱਥੋਂ ਆ, ਇਹ ਚੀਜ਼ਾਂ ਜਾਣਨ ਦੀ ਕੋਸ਼ਿਸ਼ ਕਰਨਗੇ। ਇਸੇ ਤਰੀਕੇ ਨਾਲ ਕੰਡੀਸ਼ਨ ਜਿਹੜੀ ਹੈਗੀ ਹੈ, ਜਿਹੜੀ 500 ਸਬ ਕਲਾਸ ਦੀ ਜਿਹੜੀ ਕੰਡੀਸ਼ਨਸ ਹੈ, ਇਸ ਕੰਡੀਸ਼ਨ ਇਹ ਹੈ ਕਿ ਸਾਰਾ ਕੁਝ ਤੁਹਾਡਾ ਇੱਕ ਮਤਲਬ ਸਕੂਟਨਾਈਜ਼ ਹੋਗਾ, ਥੋਰੋਲੀ ਸਕੂਟਨਾਈਜ਼ ਹੋਗਾ। ਈਵਨ ਕਿ ਤੁਹਾਡੇ ਹੋ ਸਕਦਾ ਕਿ ਤੁਹਾਡੇ ਘਰ ਦੇ ਵਿੱਚ ਵੈਰੀਫਿਕੇਸ਼ਨ ਵੀ ਆ, ਹੋ ਸਕਦਾ ਕਿ ਤੁਹਾਡੇ ਕੋਲ ਇਹਨਾਂ ਨੇ ਇੱਦਾਂ ਦੀਆਂ ਏਜੰਸੀਜ਼ ਹਾਇਰ ਕੀਤੀਆਂ ਹੋਈਆਂ ਜਿਹਦੇ ਵਿੱਚ ਘਰ ਵੀ ਵੈਰੀਫਿਕੇਸ਼ਨ ਆਉਂਦੀ ਆ ਜਾਂ ਤੁਹਾਡੀਆਂ ਬੈਂਕਿੰਗਸ ਦੇ ਡਾਕੂਮੈਂਟ ਵੀ ਵੈਰੀਫਾਈ ਹੁੰਦੇ ਆ, ਜਿਹੜੇ ਐਵੀਡੈਂਸਸ ਤੁਸੀਂ ਦਿੱਤੇ ਆ, ਐਕਸਪੀਰੀਅੰਸ ਦਿੱਤੇ ਆ, ਉਹਦੀ ਵੀ ਵੈਰੀਫਿਕੇਸ਼ਨ ਹੁੰਦੀ ਆ। ਸੋ ਇੰਨਾ ਈਜ਼ੀ ਨਹੀਂ ਹੈ।
ਕਿਤੇ ਨਾ ਕਿਤੇ ਤੁਸੀਂ ਫਰਾਡ ਤੁਸੀਂ ਵੀ ਨਹੀਂ ਕਰ ਸਕਦੇ ਹੋ ਔਰ ਨਾ ਹੀ ਕੋਈ ਏਜੰਟ ਕਰ ਸਕਦਾ ਹੈ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਥੋਰੋਲੀ ਸਾਰੀਆਂ ਚੀਜ਼ਾਂ ਵੈਰੀਫਾਈ ਹੋ ਰਹੀਆਂ ਹੈ। ਸੋ ਮੈਂ ਦੋਸਤ ਇਹੀ ਕਹਿਣਾ ਚਾਹੂੰਗਾ ਕਿ ਆਪਾਂ ਕੋਲ ਟਾਈਮ ਥੋੜ੍ਹਾ ਹੈਗਾ, ਤਾਂ ਆਪਾਂ ਮਤਲਬ ਸਾਰੀਆਂ ਗੱਲਾਂ ਸ਼ਾਰਟ ਦੇ ਵਿੱਚ ਕਰਦੇ ਪਏ ਹਾਂ। ਹੁਣ ਇਹਦੇ ਵਿੱਚ ਸਿੰਪਲੀਫਾਈਡ ਸਟੂਡੈਂਟ ਵੀਜ਼ਾ ਫਰੇਮਵਰਕ ਦੇ ਵਿੱਚ ਕਿਹੜੀ ਚੀਜ਼ ਆਉਂਦੀ ਹੈ ਇਹ ਵੀ ਪੁੱਛਿਆ ਜਾਏਗਾ ਕਿ ਕਹਿੰਦਾ ਤੁਹਾਡੇ ਕੋਲ ਪ੍ਰੋਸੈਸਿੰਗ ਟਾਈਮ ਕਿੰਨਾ ਲੱਗਦਾ ਹੈ, ਮਤਲਬ ਲੈਸ ਪ੍ਰੋਸੈਸਿੰਗ ਟਾਈਮ ਲੱਗਦਾ ਇਹਦੇ ਵਿੱਚ। ਔਰ ਉਹਦੇ ਵਿੱਚ ਜੀਟੀ ਜਿਹੜਾ ਜੈਨੂਇਨ ਟੈਂਪਰੇਰੀ ਐਂਟਰੈਂਸ ਦਾ ਕੁਐਸਚਨਸ ਹੈਗਾ, ਇਹਦੇ ਵਿੱਚ ਕੁਐਸਚਨ ਦੇ ਵਿੱਚ ਸਭ ਤੋਂ ਵਧੀਆ ਚੀਜ਼ ਕੀ ਹੈ, ਅੰਡਰ ਦਿਸ ਦੇयर ਆਰ ਦਾ ਸਮ ਕੰਡੀਸ਼ਨਸ ਲਾਈਕ ਜੈਨੂਇਨ ਫੰਡਸ, ਜੈਨੂਇਨ ਡਾਕੂਮੈਂਟ, ਗੁੱਡ ਆਇਲਸ ਬੈਂਡ, ਕੋਰਸ ਰੈਲੇਵੈਂਸੀ and student purpose to go in Australia must be clear about the university course contents, future outcome and university's mail ID, culture, weather etc। मैं ਜਿਹੜੀਆਂ ਚੀਜ਼ਾਂ ਪਹਿਲਾਂ ਤੁਹਾਨੂੰ ਸਾਰੀਆਂ ਦੱਸੀਆਂ ਇਹ GT ਦਾ ਪਾਰਟ ਹੈ। ਸੋ GT ਮਤਲਬ ਕਲੀਅਰ ਦਾ ਮਤਲਬ ਤੁਹਾਡਾ ਵੀਜ਼ਾ ਕਲੀਅਰ ਹੋ ਜਾਂਦਾ ਹੈ। ਸੋ ਇਸੇ ਤਰੀਕੇ ਨਾਲ ਰਿਫੰਡ ਪੋਲਿਸੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਕਿ ਤੁਹਾਡਾ ਅਗਰ ਵੀਜ਼ਾ ਨਹੀਂ ਆਂਦਾ ਤੁਹਾਡਾ ਰਿਫੰਡ ਕਿੱਦਾਂ ਹੋਏਗਾ, ਅਗਰ ਫੀਸ ਕਨਫਰਮੇਸ਼ਨ ਆਫ ਇਨਰੋਲਮੈਂਟ ਹੋਣ ਤੋਂ ਬਾਅਦ ਤੁਹਾਡੀ ਫੀਸਿਸ ਕਿੱਦਾਂ ਰਿਫੰਡ ਹੋਏਗੀ, ਜਾਂ ਤੁਹਾਡੀ ਓਵਰਸੀਜ਼ ਹੈਲਥ ਕਵਰ ਕਿੱਦਾਂ ਹੋਏਗੀ, ਬੈਕ ਹੋਏਗੀ, ਐਂਡ ਬੈਂਕ ਚਾਰजेस ਕੀ ਹੋਣਗੇ, ਡਾਲਰ ਰੇਟ ਮਤਲਬ ਆਲ ਮਨੀ ਵਿਲ ਬੀ ਇਨ ਦਾ ਆਸਟ੍ਰੇਲੀਅਨ ਡਾਲਰ, ਸਾਰਿਆਂ ਨੂੰ ਪਤਾ ਹੈ ਕਿ ਆਸਟ੍ਰੇਲੀਅਨ ਡਾਲਰ ਦੇ ਵਿੱਚ ਹੁੰਦਾ ਤਾਂ ਕਿੱਦਾਂ ਵਾਪਸ ਆਏਗੀ, ਕਿੰਨੀ ਡਿਡਕਸ਼ਨ ਹੋਏਗੀ, ਇਹਦੇ ਬਾਰੇ ਵੀ ਤੁਹਾਨੂੰ ਕਲੀਅਰ ਹੋਣਾ ਚਾਹੀਦਾ। ਹੁਣ ਸਭ ਤੋਂ ਵੱਡੀਆ ਮਤਲਬ ਇੱਕ ਅੰਡਰਸਟੈਂਡ ਬਾਈ ਦਾ what do you understand by the ESOS ਇੱਕ ਪੁੱਛਿਆ ਜਾਂਦਾ ਹੈ। ESOS ਸਟੈਂਡ ਫॉर ਦਾ ਐਜੂਕੇਸ਼ਨਲ ਸਰਵਿਸਿਜ਼ ਆਫ ਓਵਰਸੀਜ਼ ਸਟੂਡੈਂਟ ਐਕਟ। ਇਹ ਇੱਕ ਐਕਟ ਹੈਗਾ ESOS ਦਾ, ਜਿਹਦੇ ਵਿੱਚ ਆਪਾਂ ਨੂੰ ਕੁਆਲਿਟੀ ਆਫ ਐਜੂਕੇਸ਼ਨ ਮਤਲਬ ਜੋ ਤੁਹਾਨੂੰ ਦੇ ਰਹੇ ਆ ਕੁਆਲਿਟੀ ਕੰਟਰੋਲ ਕਰਨ ਵਾਸਤੇ ਕਿ ਕੁਆਲਿਟੀ ਆਫ ਐਜੂਕੇਸ਼ਨ ਕਿੱਦਾਂ ਦੀ ਦੇ ਰਿਹਾ, ਕਿ ਉਹ ਆਪਣੇ ਇੱਕ ਸਟੈਂਡਰਡ ਦੇ ਵਿੱਚ ESOS ਸਟੈਂਡਰਡ ਦੇ ਵਿੱਚ ਹੈਗੀ ਕਿ ਨਹੀਂ ਹੈ, ਮਤਲਬ ਉਸ ਐਕਟ ਦੇ ਅੰਡਰ ਆਉਂਦੀ ਕਿ ਨਹੀਂ ਆਉਂਦੀ। ਇੰਟਰਨੈਸ਼ਨਲ ਸਟੂਡੈਂਟ ਨੂੰ ਪ੍ਰੋਟੈਕਟ ਕਰਨ ਵਾਸਤੇ ਇੱਕ ਲਾਅ ਬਣਿਆ ESOS ਦਾ। ਸੋ ਤੁਸੀਂ ਕੋਈ ਵੀ ਗਲਤੀ ਤੁਹਾਡੇ ਕੋਲ ਅਗਰ ਤੁਹਾਡੀ ਯੂਨੀਵਰਸਿਟੀ ਕਰਦੀ ਹੈ ਜਾਂ ਤੁਹਾਨੂੰ ਕੋਈ ਪ੍ਰੋਬਲਮ ਦਿੰਦੀ ਹੈ ਜਾਂ ਤੁਹਾਡੀ ਕੋਈ ਪੈਰਾਮੀਟਰ ਪੂਰੇ ਨਹੀਂ ਹੁੰਦੇ ਜੋ ਆਫਰਸ ਦੇ ਵਿੱਚ ਲਿਖਿਆ ਉਹਨੇ ਤੁਸੀਂ ਐਕਸੈਪਟੈਂਸ ਕੀਤੀ ਹੈ, ਕੱਲ੍ਹ ਨੂੰ ਉਹ ਪੂਰੀਆਂ ਨਹੀਂ ਪਹੁੰਚਦੀਆਂ ਤਾਂ ਤੁਸੀਂ ESOS ਦੇ ਵਿੱਚ ਅੰਡਰ ਦੇ ਐਕਟ ਦੇ ਤਹਿਤ ਤੁਸੀਂ ਉਹਨਾਂ ਦੇ ਉੱਤੇ ਕੇਸ ਵੀ ਕਰ ਸਕਦੇ ਹੋ। ਸੋ ਇੱਦਾਂ ਦੀ ਰੂਲ ਰੈਗੂਲੇਸ਼ਨ ਵੀ ਬਣੇ ਹੋਏ ਹੈ ਕਿ ਸਿਰਫ ਗਵਰਨਮੈਂਟ ਦੀ ਫੇਵਰ ਦੇ ਵਿੱਚ ਨਹੀਂ, ਸਟੂਡੈਂਟ ਦੀ ਫੇਵਰ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਹੈ। ਸੋ ਸਟੂਡੈਂਟਸ ਮੈਂ ਇਹੀ ਕਹਿਣਾ ਚਾਹੂँਗਾ, ਇਹ ਬਹੁਤ ਛੋਟੀ ਜਾਣਕਾਰੀ ਸੀਗੀ, ज़्यादा जानना चाहते हो तुसी मिल सकते हो और अपने केस के बारे दस सकते हो, क्योंकि केस टू केस वेरी होगा। हर चीज़ हर डॉक्यूमेंट डिफरेंट होंगे, हर क्वालिफिकेशन डिफरेंट होंगी है। किसी ने यूनिवर्सिटी जाना, किसी ने कॉलेज जाना। सो अपने हिसाब नाल तुसी मैनू क्वेरीज भी कर सकते हो, स्कोर किए हुए नंबरों के कॉल करके तुसी अपना अपॉइंटमेंट फिक्स करके मैनू मिल भी सकते हो। धन्यवाद, सत श्री अकाल जी।